गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। कुछ हफ्ते पहला ਆਪਾਂ ਮਨ ਦੇ ਵਿਕਾਰਾਂ ਪ੍ਰਤੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ, ਜਿਸ ਵਿੱਚ ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਗੁਰੂ ਘਰ ਦੀ ਬਾਣੀ ਵਿੱਚੋਂ ਹਵਾਲਾ ਦਿੱਤਾ, ਰੈਫਰੈਂਸ ਦਿੱਤਾ ਕਿ ਜਿਨ੍ਹਾਂ ਦੇ ਅੰਦਰ ਇਹ ਮਨ ਦੇ ਵਿਕਾਰ ਹਨ ਉਹ ਇਨਸਾਨ ਉਸ ਮਾਲਕ ਦੀ ਬੰਦਗੀ ਨਹੀਂ ਕਰ ਸਕਦੇ ਜਾਂ ਫਿਰ ਉਸ ਮਾਲਕ ਦੀ ਭਗਤੀ ਨਹੀਂ ਕਰ ਸਕਦੇ। ਮਾਲਕ ਦੇ ਕਾਨੂੰਨ ਅਨੁਸਾਰ ਕਹਿ ਲਈਏ, ਇਹ ਦੋ ਵਿਰੋਧੀ ਤਾਕਤਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਜਿਸ ਤਰ੍ਹਾਂ ਆਪਾਂ ਗੁਰਬਾਣੀ ਵਿੱਚੋਂ ਇੱਕ ਸ਼ਬਦ ਦਾ ਆਸਰਾ ਲਿਆ, चाखा चाहे प्रेम रस, राखा चाहे मान, एक म्यान में दो खड़ग, देखा सुना ना काम। गुरबाणी की सिक्ख्या अनुसार उस मालक दे प्यार दा रस भी इस इंसान नूं मिल जावे अते लोग इसकी वाहवा भी करन, जां फिर सौखे लफ्ज़ां विच आपां आख लईए, लोग स्टेजां उपर चढ़ा के गलां विच फुल्लां दे हार भी पाउण, मीडिया दे युग विच एडवरटाइज भी करन। दो चीज़ां इकट्ठियां नहीं चल सकदियां। शेख फरीद जी ने भी अपनी बाणी अंदर एक जगह ते जिक्र किया कि दुनिया की मान वड्याई भी मिल जाए अते परमात्मा दे प्यार विच भी रंग जाइए, दो चीज़ां इकट्ठियां नहीं चल सकदियां। किस तरह नहीं चल सकदियां? शेख फरीद जी बयान करते हैं कि जिस तरह रेतली जमीन होवे, सारा दिन बारिश पैंदी होवे, पर पानी का एक भी कतरा उस रेतली जमीन उपर खड़ा नहीं हो सकता। इसे तरह ही भगवान वाल्मीकि जी की बाणी अनुसार जेकर इस इंसान के अंदरों मन दे विकार खत्म नहीं होए तां ये इंसान उस मालक नाल मिलाप नहीं कर सकता। मन दे ये विकार जिस तरह काम है, क्रोध है, मोह है, लोभ है अते अंत विच हंकार है। जिस तरह आपां भगवान वाल्मीकि जी की बाणी अनुसार विचार कीती कि हंकार अज्ञान तो उत्पन्न होया, भाव पैदा होया अते ये दुष्ट है। कोई इंसान आपां नूं ये सवाल कर सकता है कि तुसीं भगवान वाल्मीकि जी की बाणी विचों ये रैफरेंस तो ले लिया कि हंकार अज्ञान तो उत्पन्न होया अते ये दुष्ट है, फिर ये अज्ञान की होया? गुरमुख प्यारिओ, अज्ञान है झूठ नूं सच मनना। आपां सारे ही जानते हाँ कि ये संसार अते संसार दीआं वस्तां नाशवान होण। चाहे आपां भगवान वाल्मीकि जी की बाणी ले लीए, सतगुरु कबीर साहिब जी की बाणी ले लीए, सतगुरु रविदास जी की बाणी ले लीए, जां फिर गुरु घर की बाणी उपर भी आपां खुले दिल नाल विचार करके देखिए
ਤਾਂ ਉਹਨਾਂ ਨੇ ਇਸ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਨੂੰ ਨਾਸ਼ਵਾਨ ਆਖਿਆ। ਜਿਸ ਤਰ੍ਹਾਂ ਸ਼ੇਖ ਫਰੀਦ ਜੀ ਨੇ ਇਸ ਇਨਸਾਨ ਦੀ ਹੋਂਦ ਨੂੰ ਨਦੀ ਦੇ ਕਿਨਾਰੇ ਇੱਕ ਦਰਖਤ ਨਾਲ ਤੁਲਨਾ ਦਿੱਤੀ ਅਤੇ ਸਵਾਸਾਂ ਦੀ ਪੂੰਜੀ ਨੂੰ ਇੱਕ ਕੱਚੇ ਘੜੇ ਵਿੱਚ ਪਾਣੀ ਨਾਲ ਤੁਲਨਾ ਦਿੱਤੀ। ਸ਼ੇਖ ਫਰੀਦ ਜੀ ਦੇ ਦੱਸਣ ਅਨੁਸਾਰ ਉਸ ਕੱਚੇ ਭਾਂਡੇ ਵਿੱਚ ਇੱਕ ਕਰੈਕ ਹੈ। ਪਾਣੀ ਇੱਕ ਇੱਕ ਬੂੰਦ ਕਰਕੇ ਉਸ ਘੜੇ ਵਿੱਚੋਂ ਨਿਕਲ ਜਾਵੇਗਾ ਅਤੇ ਉਹ ਕੱਚਾ ਘੜਾ ਖਾਲੀ ਹੋ ਜਾਵੇਗਾ। ਅਗਿਆਨਤਾ ਦੀ ਗੱਲ ਕਰਦੇ ਹੋਏ ਭਗਵਾਨ ਵਾਲਮੀਕ ਜੀ ਨੇ ਆਪਣੀ ਮਹਾਨ ਰਚਨਾ ਸ਼੍ਰੀ ਯੋਗ ਵਿਸ਼ਿਸ਼ਟ ਮਹਾਰਾਮਾਇਣ ਦੇ ਅੰਦਰ ਉਤਪਤੀ ਪ੍ਰਕਰਨ ਵਿੱਚ ਜ਼ਿਕਰ ਕੀਤਾ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਇਹ ਸੰਸਾਰ ਅਤੇ ਸੰਸਾਰ ਦੀਆਂ ਵਸਤਾਂ ਇਸ ਤਰ੍ਹਾਂ ਹਨ ਜਿਵੇਂ ਮਿਰਗ ਤ੍ਰਿਸ਼ਨਾ ਦੀ ਨਦੀ ਹੋਵੇ ਅਤੇ ਇਸ ਮਿਰਗ ਤ੍ਰਿਸ਼ਨਾ ਦੀ ਨਦੀ ਨੂੰ ਵੇਖ ਕੇ ਮੂਰਖ ਹਿਰਨ ਪਾਣੀ ਪੀਣ ਲਈ ਦੌੜਦੇ ਹਨ ਤੇ ਦੁਖੀ ਹੁੰਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਦੁਖੀ ਹੁੰਦੇ ਹਨ? ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਾਰੂਥਲ ਵਿੱਚੋਂ ਰੇਗਿਸਤਾਨ ਵਿੱਚੋਂ ਉਸ ਹਿਰਨ ਨੂੰ ਪਾਣੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰੇਗਿਸਤਾਨ ਵਿੱਚੋਂ ਪਾਣੀ ਦੀ ਖੋਜ ਕਰਨਾ ਹੀ ਅਗਿਆਨਤਾ ਹੈ। ਭਗਵਾਨ ਵਾਲਮੀਕ ਜੀ ਨੇ ਇਸ ਅਗਿਆਨਤਾ ਦੀ ਇੱਕ ਹੋਰ ਉਦਾਹਰਨ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅਗਿਆਨਤਾ ਕੀ ਹੈ। ਇਹ ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜਿਸ ਤਰ੍ਹਾਂ ਸਮੁੰਦਰ ਦੀਆਂ ਲਹਿਰਾਂ ਅਤੇ ਬੁੱਧਬਦੇ ਵੇਖਣ ਨੂੰ ਬਹੁਤ ਸੁੰਦਰ ਲੱਗਦੇ ਹਨ, ਪਰ ਗ੍ਰਹਿਣ ਕੀਤਿਆਂ ਭਾਵ ਜੇਕਰ ਅਸੀਂ ਸਮੁੰਦਰ ਦੀਆਂ ਲਹਿਰਾਂ ਅਤੇ ਬੁੱਧਬਦਿਆਂ ਨੂੰ ਪਕੜਨ ਦੀ ਕੋਸ਼ਿਸ਼ ਕਰੀਏ ਤਾਂ ਹੱਥ ਵਿੱਚ ਕੋਈ ਵੀ ਚੀਜ਼ ਨਹੀਂ ਆਵੇਗੀ ਜਿਸ ਨੂੰ ਆਪਾਂ ਅਗਿਆਨਤਾ ਆਖ ਸਕਦੇ ਹਾਂ। ਸੰਗਤ ਦੀ ਜਾਣਕਾਰੀ ਲਈ ਮੈਂ ਬੇਨਤੀ ਕਰਾਂ, ਅੱਜ ਦੇ ਇਸ ਵਾਰਤਾਲਾਪ ਵਿੱਚ ਆਪਾਂ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਜੀ ਕੀ ਜੈ। ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪਾਂ ਕੁਝ ਹਫ਼ਤੇ ਪਹਿਲਾਂ ਮਨ ਦੇ ਇਹਨਾਂ ਵਿਕਾਰਾਂ ਵਿੱਚੋਂ ਹੰਕਾਰ ਬਾਰੇ ਗੱਲਬਾਤ ਕੀਤੀ, ਅੱਜ ਆਪਾਂ ਕ੍ਰੋਧ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਗੁਰਮੁਖ ਪਿਆਰਿਓ, ਵਿਦਵਾਨਾਂ ਨੇ ਕ੍ਰੋਧ ਨੂੰ ਅਗਨੀ ਆਖਿਆ। ਇਸ ਤਰ੍ਹਾਂ ਦੀ ਅੱਗ ਜੋ ਸਰੀਰ ਵਿੱਚੋਂ ਉੱਠ ਕੇ ਹੀ ਇਸ ਇਨਸਾਨ ਦੇ ਸਰੀਰ ਨੂੰ ਖਤਮ ਕਰ ਦਿੰਦੀ। ਮਨੋਵਿਗਿਆਨਕ ਆਪਣੀ ਖੋਜ ਅਨੁਸਾਰ ਇਸ ਸਿੱਟੇ ਉੱਪਰ ਪਹੁੰਚੇ ਕਿ ਕ੍ਰੋਧ ਉਸ ਸਮੇਂ ਪੈਦਾ ਹੋਵੇਗਾ ਜਦੋਂ ਇਸ ਇਨਸਾਨ ਦੇ ਮਨ ਦੀ ਵਾਸਨਾ ਪੂਰੀ ਨਹੀਂ ਹੋਵੇਗੀ। ਆਪਾਂ ਬਾਹਰਲੀ ਉਦਾਹਰਣ ਲੈ ਕੇ ਦੇਖ ਸਕਦੇ ਹਾਂ ਕਿ ਇੱਕ ਇਨਸਾਨ ਪਾਸ ਮਹਿੰਗੀ ਕਾਰ ਹੈ, ਦੂਸਰਾ ਉਸ ਪਾਸ ਬਹੁਤ ਵੱਡਾ ਘਰ ਵੀ ਹੈ, ਤੀਸਰਾ ਨੌਕਰ ਚਾਕਰ ਉਸ ਦੇ ਇਰਦ ਗੁਰਦ ਘੁੰਮਦੇ ਹਨ, ਚੌਥਾ ਦੁਨੀਆ ਦੇ ਲੋਕ ਉਸ ਦੀ ਵਾਹ ਵਾਹ ਕਰਦੇ ਹਨ। ਇੱਕ ਦੂਸਰੇ ਇਨਸਾਨ ਨੇ ਕੋਸ਼ਿਸ਼ ਕੀਤੀ ਪਰ ਉਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਿਆ।
इस इंसान पास ये अवस्था नहीं, उसके मन विच घृणा पैदा हो जाएगी। किसके प्रति घृणा पैदा हो जाएगी? उसके प्रति घृणा पैदा हो जाएगी जिसके पास दुनिया के सुख आराम के सारे साधन मौजूद हैं। मैं बेनती करा, घृणा ही क्रोध नूं जन्म देवेगी। विद्वानां दा कथन है कि जेकर क्रोध है तो फिर किसी दुश्मन की लोड़ नहीं है। क्रोध ही दुश्मनी की खान है। दूसरे पासे दया है, प्रेम है, तो फिर होर किसी मित्र की लोड़ नहीं है। मित्रता ही प्रेम की खान है। मैं बेनती करा, जिन्हां दे अंदर प्रेम वस गया वो अपनी जिंदगी की मिसाल साडे सामने पेश कर गए। मैनू एक प्रेमी की वार्तालाप याद आ गई। इसका नाम सी राबिया बसरी। मुसलमान घराने विचों सी, कमाई वाली सी, भाव मालिक दी बंदगी करन वाली सी। मिस्र दे विच राबिया बसरी उपर काफर होने का दोष लग गया। दोष की लग गया? मुसलमान भरावां दे धार्मिक ग्रंथ कुरान विच एक आयत है कि शैतान नूं नफरत करो। पता जी राबिया बसरी जी ने की किया? स्याही लैके उस आयत नूं कट दिता जिस विच ये लिखिया होया सी कि शैतान नूं नफरत करो, अते इस आयत तो बिना ही कुरान पढ़ती सी। हौली हौली हाँ आम लोगों विच ये गल चली गई कि राबिया बसरी इस आयत तो बिना ही कुरान पढ़ती है। ये गल मौलवियां तक भी पहुँच गई कि राबिया बसरी ने इस आयत उपर स्याही फेर दिती है कि शैतान नूं नफरत करो। राबिया नूं मौलवियां ने पूछा कि तुसी इस आयत उपर स्याही फेर दिती है कि शैतान नूं नफरत करो? की तुसी शैतान नूं नफरत करते जां फिर ये लाइन अपूरी लगती है? पता जी राबिया बसरी ने की आख्या? राबिया कहती मैनू इसकी लोड़ नहीं है। सवाल पैदा हुंदा क्यों लोड़ नहीं है? बड़ी विचार करने वाली गल है। राबिया ने आख्या नफरत तो मैं तां करां जे मेरे अंदर नफरत होवे। जेकर ਜਿਹੜੀ चीज़ मेरे कोल नहीं वो मैं किसी होर नूं किस तरह दे सकती हाँ? गुरमुख प्यारिओ, मालिक दे प्यारे आपां नूं उस लैवल ते लियाउणा चाहुंदे हन जिस तरह सतगुरु कबीर साहिब जी ने अपनी बाणी अंदर फरमाया, कामी क्रोधी लालची इनसे भगत न होए, भगती करे कोई सूरमा, जात वरण कुल खोए। भाई साहब जी भगवान वाल्मीकि जी ने अपनी बाणी अंदर फरमाया, जो कि निर्वाण प्रकरण विच दर्ज है। भगवान वाल्मीकि जी के दसन अनुसार जो विवेकी पुरुष हैं, जो अपने स्वरूप विच जुड़े हुए हैं, उन्हां दे हिरदे विचों नफरत, काम, क्रोध, मोह अते हंकार आदिक विकार सुभाविक ही नष्ट हो जाते हैं।
किस तरह नष्ट हो जाते हैं। भगवान वाल्मीकि जी ने अगे चल के फरमाया, जिवें सूरज के चढ़न ते हनेरा नष्ट हो जाता है, जिवें तीर नूं वेख के ਕਾਂ पंछी दौड़ जाता, इसे तरह ही विवेक रूपी तीर नूं वेख के विकार रूपी ਕਾਂ दौड़ जाते हैं। भाई साहिब जी, इन्हां विवेकी पुरुषां बारे आप संगत नूं बाणी दे आशे अनुसार की कहना चाहते हैं? गुरमुख प्यारिओ, जिस तरह अज दी वार्तालाप दे अंदर कह लईए, जिस तरह आपां इस गलबात दे अंदर कह लईए ते जां फिर सौखे लफ्जां दे विच जिस तरह भैन जी थोड़ा जिहा इशारा जिहड़ा वो दे गए कि जिन्हां इंसानां दे अंदर मन दे विकार जिहड़े वो घर कर गए, वो इंसान उस मालिक दी बंदगी जिहड़ी है ना वो नहीं कर सकते। सवाल पैदा हुंदा कि हरेक महात्मा ने अपने अपने धार्मिक ग्रंथ दे अंदर इस चीज़ का जिहड़ा जी वो जिक्र किया कि क्यों वो इंसान उस मालिक दी बंदगी जिहड़ी आ वो नहीं कर सकते। आपां थोड़ी जी विचार इस चीज़ के बारे करांगे कि जिस तरह आपां ये गल कर लीए जी कि एक इंसान दा तन आ ते आपां इस तन नूं चलाउण दे लई कह लीए, जिंदा रखण दे लई कह लीए, दुनिया दे कार व्यवहार करन दे लई कह लीए, की करदे? खुराक खाने आ ना, ते वो खुराक जिहड़ी आपां अपने मूँह राहीं इस तन दे विच, इस शरीर दे विच पाउने ते उसका आपां वैसे बड़ा ख्याल रखते हैं जी कि कोई गलत चीज़ जिहड़ी वो किसी इंसान दे अंदर जिहड़ी उस खुराक दे राहीं जिहड़ी वो ना चली जावे। जेकर गलत चीज़ जिहड़ी उस खुराक दे राहीं साडे इस तन दे अंदर चली जावेगी ते आपां सारे जानते होवेगा कि कोई ना कोई प्रॉब्लम आपां कह लीए जां रुकावट कह लीए इस इंसान दे शरीर नूं चलाउण दे लई जिहड़ी वो खड़ी हो सकदी। इस करके आपां इस चीज़ का ख्याल रखते कि जिहड़ी साडी खुराक आ ना वो ठीक होनी चाहिए ते कोई गलत चीज़ जिहड़ी उस खुराक दे नाल अपने इस शरीर दे अंदर जिहड़ी वो ना जा सके। दूसरी चीज़, महात्मा ने आपां नूं बाणी दे राहीं इस चीज़ समझाउण दी कोशिश की कि जिहड़ी चीज़ इस इंसान दे मन का हिस्सा बनेगी, खुराक इस इंसान दे शरीर का हिस्सा बनेगी, लेकिन जिहड़ी मन का हिस्सा बनने वाली चीज़ महात्मा दे दसन दे अनुसार ये जिहड़ियां कर्म इंद्रियां कह लो, ज्ञान इंद्रियां कह लो, उन्हां दे राहीं इस इंसान दे जिहड़ी वो अंदर एंटर होवेगी। इस करके महात्मा ने आपां नूं सचेत किया। महात्मा कह लो, संत जन कह लो, हर जन कह लो, जां किसी होर लफ्ज़ दे नाल जिहड़ा आपां जिहड़ा वो दस सकदे कि वखरे वखरे महात्मा ने अपने अपने धार्मिक ग्रंथ दे अंदर इस इंसान नूं सचेत किया, इस इंसान नूं ये चीज़ दसी कि बई जिहड़ी चीज़ इन्हां इंद्रियां दे राहीं इस इंसान दे अंदर एंटर होवेगी वो इस इंसान दे मन का जिहड़ा वो हिस्सा बन जाएगी। जदों वो चीज़ इस इंसान दे मन का हिस्सा बनेगी ते फिर जिहड़े वो चीज़ गलत पहुंची हुई चीज़ जिहड़ी विकार जिहड़े आ उन्हां नूं जिहड़ा वो जन्म देवेगी। जिस तरह महात्मा आपां नूं दसदे कि ये जिहड़ियां ज्ञान इंद्रियां कह लो, इन्हां दे विचों जिहड़ी अखां दी इंद्री कहंदे जी ये सब तो वध जिहड़ी ये पावरफुल भाव इस दे अंदर ये ताकत आ कि ये उस चीज़ नूं जिहड़ा वो ग्रहण करेगी। जदों ग्रहण करेगी उसका असर जिहड़ा इस इंसान दे मन दे उपर होवेगा। फॉर एग्जाम्पल जिस तरह उदाहरण के तौर पर आप देख सकते एक इंसान ने कोई फिल्म देखी, नॉवल पढ़िया,
ਜਾਂ ਅੱਜ ਕੱਲ ਦੇ ਮੀਡੀਆ ਦੇ ਯੁੱਗ ਵਿੱਚ ਕੋਈ ਇਹੋ ਜਿਹੀ ਚੀਜ਼ ਵੇਖੀ ਤੇ ਉਹ ਚੀਜ਼ ਜਿਹੜੀ ਇਸ ਇਨਸਾਨ ਦੇ ਮਨ ਦੇ ਉੱਪਰ ਜਿਹੜਾ ਉਹ ਅਸਰ ਕਰ ਗਈ। ਜਿੰਨਾ ਫੈਲਾਵ ਇਸ ਇਨਸਾਨ ਦੇ ਮਨ ਦਾ ਬਾਹਰੀ ਹੋਵੇਗਾ, ਉਨੀ ਉਹ ਚੀਜ਼ ਜਿਹੜੀ ਇਸ ਇਨਸਾਨ ਦੇ ਅੰਦਰ ਜਿਹੜੀ ਉਹ ਵੱਧ ਐਂਟਰ ਹੋਵੇਗੀ। ਮੈਂ ਬੇਨਤੀ ਕਰਾਂ, ਗੁਰਬਾਣੀ ਦੇ ਵਿੱਚੋਂ ਆਪਾਂ ਇੱਕ ਜਾਂ ਦੋ ਪ੍ਰਮਾਣ ਇਸ ਚੀਜ਼ ਦੇ ਪ੍ਰਤੀ ਜਿਹੜੇ ਉਹ ਲਵਾਂਗੇ ਕਿ ਮਹਾਤਮਾ ਨੇ ਮਨ ਦੇ ਵਿਕਾਰਾਂ ਦੀ ਗੱਲ ਕਰਦੇ ਹੋਏ ਕਿਸ ਤਰ੍ਹਾਂ ਇਕੱਠੇ ਹੁੰਦੇ, ਕਿਸ ਤਰੀਕੇ ਦੇ ਨਾਲ ਇਸ ਇਨਸਾਨ ਦੇ ਮਨ ਦੇ ਉੱਪਰ ਕਹਿ ਲੋ ਕਿ ਉਹ ਵਿਕਾਰ ਜਿਹੜੇ ਉਹ ਅਸਰ ਪਾਉਂਦੇ, ਜਿਸ ਦੇ ਪ੍ਰਤੀ ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ ਕਿ ਜੇਕਰ ਬਈ ਇਸ ਮਨ ਦੇ ਉੱਪਰ ਉਹਨਾਂ ਦਾ ਪ੍ਰਭਾਵ ਆ, ਉਹਨਾਂ ਦਾ ਅਸਰ ਆ, ਤੇ ਫਿਰ ਇਹ ਇਨਸਾਨ ਉਸ ਮਾਲਕ ਦੀ ਬੰਦਗੀ ਜਿਹੜੀ ਆ ਨਾ ਉਹ ਨਹੀਂ ਕਰ ਸਕਦਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਇਹ ਅੱਖਾਂ ਦੀ ਇੰਦਰੀ ਦੇ ਪ੍ਰਤੀ ਕੀ ਫਰਮਾਇਆ? ਕਹਿੰਦੇ ਪਰ ਤਨ, ਭਾਵ ਕਿ ਦੂਸਰਾ ਤਨ, ਆਪਾਂ ਚਾਹੇ ਇਸਤਰੀ ਦਾ ਕਹਿ ਲਈਏ, ਚਾਹੇ ਪੁਰਸ਼ ਦਾ ਕਹਿ ਲਈਏ, ਚਾਹੇ ਆਪਾਂ ਕਿਸੇ ਵੀ ਇਹਨੂੰ ਹੋਰ ਲਫ਼ਜ਼ ਦੇ ਨਾਲ ਜਿਹੜਾ ਉਹ ਵਰਤ ਸਕਦੇ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉੱਥੋਂ ਉਹ ਚੀਜ਼ ਜਿਹੜੀ ਉਹ ਲੈ ਕੇ ਆਂਦੀ, ਕਹਿੰਦੇ ਪਰ ਤਨ, ਪਰ ਧਨ, ਪ੍ਰਤੀ ਨਿੰਦਾ, ਤਿੰਨ ਚੀਜ਼ਾਂ ਕਹਿੰਦੇ, ਪਰਾਇਆ ਸ਼ਰੀਰ, ਪਰਾਇਆ ਧਨ ਅਤੇ ਪਰਾਈ ਨਿੰਦਿਆ ਜਿਹੜੀ ਜਦੋਂ ਇਹਨਾਂ ਇੰਦਰੀਆਂ ਰਾਹੀਂ ਇਸ ਇਨਸਾਨ ਦੇ ਅੰਦਰ ਜਿਹੜੀ ਉਹ ਐਂਟਰ ਹੋਵੇਗੀ। ਕੀ ਫਰਮਾਇਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ? ਕਹਿੰਦੇ ਆਖਾਦ ਖਾਹੇ ਹਰਕਾਇਆ। ਇੱਕ ਲਫ਼ਜ਼ ਖਾਦ ਬਣਿਆ ਨਾ, ਖਾਣ ਵਾਲੀ ਚੀਜ਼। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਮੂੰਹ ਰਾਹੀਂ ਖਾਧੀ ਹੋਈ ਚੀਜ਼ ਜਿਹੜੀ ਉਸ ਦਾ ਅਸਰ ਸਾਡੇ ਸਰੀਰ ਦੇ ਉੱਪਰ ਹੋਵੇਗਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੱਸਣ ਦੇ ਅਨੁਸਾਰ ਜੇਕਰ ਇਸ ਇਨਸਾਨ ਦੇ ਖਿਆਲ ਦੇ ਅੰਦਰ ਪਰ ਤਨ ਦਾ ਜਿਹੜਾ ਉਹ ਜ਼ਿਕਰ ਆਇਆ, ਪਰ ਧਨ ਦਾ ਜ਼ਿਕਰ ਆਇਆ, ਕਹਿੰਦੇ ਪ੍ਰਤੀ ਨਿੰਦਿਆ ਦਾ ਜ਼ਿਕਰ ਆਇਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੱਸਣ ਅਨੁਸਾਰ ਕਹਿੰਦੇ ਆਖਾਦ ਖਾਹੇ ਹਰਕਾਇਆ। ਹਰਕਾਇਆ ਲਫ਼ਜ਼ ਜਿਹੜਾ ਕਿਤੇ ਕਿਤੇ ਮਹਾਤਮਾ ਨੇ ਸਾਡੇ ਲੈਵਲ ਤੇ ਆ ਕੇ ਬਾਣੀ ਇਹ ਲਿਖਿਆ ਜੀ, ਕਹਿੰਦੇ ਇਸ ਇਨਸਾਨ ਦਾ ਮਨ ਜਿਹੜਾ ਨਾ, ਜਿਸ ਤਰ੍ਹਾਂ ਹਰਕਾਇਆ ਭਾਵ ਇੱਕ ਹਲਕਿਆ ਹੋਇਆ ਆਪਾਂ ਕੁੱਤਾ ਕਹਿ ਦਈਏ ਨਾ, ਤੇ ਫਿਰ ਉਹ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਜਿਹੜਾ ਉਹ ਕੱਟੇਗਾ। ਇਸੇ ਤਰੀਕੇ ਦੇ ਨਾਲ ਕਹਿੰਦੇ ਜੇਕਰ ਮਨ ਦੇ ਅੰਦਰ ਇਹ ਵਿਕਾਰ ਜਿਹੜੇ ਉਹ ਇਕੱਠੇ ਹੋ ਜਾਣਗੇ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆਖਾਦ ਖਾਹੇ ਹਰਕਾਇਆ। ਇਸ ਤੋਂ ਅੱਗੇ ਆਪਾਂ ਵੇਖ ਸਕਦੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਬਿਲਕੁਲ ਇਸੇ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ, ਜਿਹੜੀ ਚੀਜ਼ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਸ ਦਾ ਜ਼ਿਕਰ ਕੀਤਾ ਜੀ। ਕੀ ਫਰਮਾਇਆ? ਕਹਿੰਦੇ ਪਰ ਧਨ, ਪਰ ਤਨ, ਲਫ਼ਜ਼ਾਂ ਦਾ ਫਰਕ। ਕਹਿੰਦੇ ਪ੍ਰਤੀ ਨਿੰਦਾ, ਪਰ ਅਪਵਾਦ ਨਾ ਛੂਟੇ। ਜਿਸ ਤਰ੍ਹਾਂ ਆਪਾਂ ਵਾਦ ਵਿਵਾਦ ਦੀ ਗੱਲ ਕਰਦੇ, ਇੱਕ ਇਨਸਾਨ ਨੇ ਗੱਲ ਕੀਤੀ, ਇਸ ਇਨਸਾਨ ਦੇ ਕੰਨਾਂ ਰਾਹੀਂ ਉਹ ਇਸ ਦੇ ਅੰਦਰ ਐਂਟਰ ਹੋ ਗਈ, ਇਹ ਇਨਸਾਨ ਵਾਦ ਵਿਵਾਦ ਵਿੱਚ ਪੈ ਗਿਆ ਕਿ ਵੀ ਇਸ ਤਰ੍ਹਾਂ ਕਿਉਂ, ਇਸ ਤਰ੍ਹਾਂ ਕਿਉਂ, ਇਸ ਇਨਸਾਨ ਨੇ ਮੈਨੂੰ ਇਸ ਤਰ੍ਹਾਂ ਜਿਹੜਾ ਉਹ ਕਿਉਂ ਆਖ ਦਿੱਤਾ। ਖਾਸ ਕਰਕੇ ਮੈਂ ਬੇਨਤੀ ਕਰਾਂ ਕਿ ਇਸ ਮੀਡੀਆ ਦੇ ਯੁੱਗ ਦੇ ਅੰਦਰ ਆਪਾਂ ਇਸ ਚੀਜ਼ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਉਹ ਦੇਖ ਸਕਦੇ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ? ਕਹਿੰਦੇ ਪਰ ਧਨ, ਪਰ ਤਨ, ਪ੍ਰਤੀ ਨਿੰਦਾ, ਪਰ ਅਪਵਾਦ ਨਾ ਛੂਟੇ, ਆਵਾਗਵਨ ਹੋਤ ਹੈ ਫੁਨ ਫੁਨ। ਆਵਾਗਵਨ ਭਾਵ ਇਸ ਇਨਸਾਨ ਦੇ ਮਨ ਦੇ ਉੱਪਰ ਅਸਰ ਹੋਇਆ, ਇਸ ਇਨਸਾਨ ਨੇ ਕਰਮ ਕੀਤੇ, ਇਹੋ ਜਿਹੇ ਕਰਮ ਕੀਤੇ, ਕਹਿੰਦੇ ਆਵਾਗਵਨ, ਕਹਿੰਦੇ ਆਉਣ ਜਾਣ ਦੇ ਚੱਕਰ ਤੋਂ ਨਹੀਂ ਬਚ ਸਕੇਗਾ, ਆਵਾਗਵਨ ਦੇ ਚੱਕਰ ਤੋਂ ਨਹੀਂ ਬਚ ਸਕੇਗਾ, ਕਿਉਂਕਿ ਗਲਤ ਚੀਜ਼ ਜਿਹੜੀ ਇਸ ਇਨਸਾਨ ਦੇ ਮਨ ਦੇ ਅੰਦਰ ਜਿਹੜੀ ਉਹ ਐਂਟਰ ਹੋ ਗਈ। ਆਵਾਗਵਨ ਹੋਤ ਹੈ ਫੁਨ ਫੁਨ, ਇਹ ਪ੍ਰਸੰਗ ਨਾ ਟੂਟੇ। ਪ੍ਰਸੰਗ ਕਹਿੰਦੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਇੱਕ ਕਿੱਸਾ ਹੀ ਇਹੋ ਜਿਹਾ, ਇੱਕ ਕਹਾਣੀ ਇਹੋ ਜਿਹੀ ਚੱਲ ਪਈ, ਕਹਿੰਦੇ ਇਹ ਇਨਸਾਨ ਆਵਾਗਵਨ ਦੇ ਚੱਕਰ ਤੋਂ ਜਿਹੜਾ ਉਹ ਨਹੀਂ ਬਚ ਸਕੇਗਾ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਕੀ ਫਰਮਾਇਆ ਕਿ ਬਈ ਮਨ ਦੇ ਵਿਕਾਰ ਜਿਹੜੇ ਉਹਨਾਂ ਤੋਂ ਆਪਾਂ ਬਚ ਕਿਸ ਤਰ੍ਹਾਂ ਸਕਦੇ,
ਜੇਕਰ ਕੋਈ ਇਨਸਾਨ ਆਪਾਂ ਨੂੰ ਇਹ ਕੁਐਸਚਨ ਕਰੇ, ਸਵਾਲ ਕਰੇ ਕਿ ਬਈ ਤੁਸੀਂ ਇਹ ਗੱਲ ਤੇ ਕਰਤੀ ਕਿ ਬਈ ਜਿਸ ਤਰ੍ਹਾਂ ਖਾਧੀ ਹੋਈ ਖੁਰਾਕ ਜਿਹੜੀ ਸਰੀਰ ਦਾ ਹਿੱਸਾ ਬਣਦੀ, ਤੇ ਇਸੇ ਤਰ੍ਹਾਂ ਇੰਦਰੀਆਂ ਦੇ ਰਾਹੀਂ ਜਿਹੜੀ ਚੀਜ਼ ਇਸ ਇਨਸਾਨ ਦੇ ਅੰਦਰ ਐਂਟਰ ਹੋਵੇਗੀ ਉਹ ਇਸ ਦੇ ਮਨ ਦਾ ਜਿਹੜਾ ਉਹ ਹਿੱਸਾ ਬਣੇਗੀ। ਭਗਵਾਨ ਵਾਲਮੀਕ ਜੀ ਨੇ ਅੱਗੇ ਚੱਲ ਕੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਮਨ ਰੂਪੀ ਵੈਰੀ ਨੂੰ, ਮਨ ਦੀ ਗੱਲ ਚੱਲ ਰਹੀ, ਕਹਿੰਦੇ ਵਿਰਾਗ ਅਤੇ ਅਭਿਆਸ ਰੂਪੀ ਦੋ ਚੀਜ਼ਾਂ, ਕਹਿੰਦੇ ਵਿਰਾਗ ਅਤੇ ਅਭਿਆਸ ਰੂਪੀ ਤਲਵਾਰ ਨਾਲ ਮਾਰੋ ਤਦ ਹੀ ਆਤਮ ਪਦ ਜਿਹੜਾ ਉਹ ਪ੍ਰਾਪਤ ਹੋ ਸਕਦਾ। ਆਤਮ ਪਦ ਕਹਿੰਦੇ ਉਸ ਆਤਮਾ ਨੂੰ ਆਪਾਂ ਜਾਣ ਸਕਦੇ। ਕਦੋਂ ਜਾਣ ਸਕਦੇ? ਕਹਿੰਦੇ ਜਦੋਂ ਇਸ ਮਨ ਰੂਪੀ ਵੈਰੀ ਨੂੰ, ਕਹਿੰਦੇ ਵਿਰਾਗ ਅਤੇ ਅਭਿਆਸ, ਵਿਰਾਗ ਤੋਂ ਭਾਵ ਲਗਾਵ। ਹੁਣ ਸਵਾਲ ਇਸ ਚੀਜ਼ ਦਾ ਕਿ ਮਨ ਦੇ ਉੱਪਰ ਜਿਹੜੇ ਆਪਾਂ ਉਹਨਾਂ ਇੰਦਰੀਆਂ ਦੇ ਰਾਹੀਂ ਚੀਜ਼ ਇਸ ਇਨਸਾਨ ਦੇ ਅੰਦਰ ਐਂਟਰ ਹੋ ਗਈ, ਕਹਿੰਦੇ ਫਿਰ ਉਸ ਨੂੰ ਖਤਮ ਕਿਸ ਤਰ੍ਹਾਂ ਕੀਤਾ ਜਾ ਸਕਦਾ? ਕਹਿੰਦੇ ਵਿਰਾਗ, ਕਹਿੰਦੇ ਜੇਕਰ ਇਸ ਇਨਸਾਨ ਦੀ ਅਵਸਥਾ ਇਹੋ ਜੀ ਬਣ ਜਾਏ ਕਿ ਉਸ ਦੇ ਨਾਲ ਇਸ ਦਾ ਲਗਾਵ ਜਿਹੜਾ ਉਹ ਨਹੀਂ ਰਹੇਗਾ। ਔਖਾ ਵੈਸੇ ਹੋਵੇਗਾ ਨਹੀਂ, ਲੇਕਿਨ ਆਪਾਂ ਵਿਚਾਰ ਕਰਾਂਗੇ ਕਿ ਭਗਵਾਨ ਵਾਲਮੀਕ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ। ਦੂਸਰੇ ਸ਼ਬਦ ਵਿੱਚ ਭਗਵਾਨ ਵਾਲਮੀਕ ਜੀ ਨੇ ਫਰਮਾਇਆ ਕਿ ਅਭਿਆਸ ਰੂਪੀ ਤਲਵਾਰ ਨਾਲ ਮਾਰੋ। ਇਸ ਕਰਕੇ ਸੰਤ ਜਨ ਆਪਾਂ ਨੂੰ ਪਹਿਲੀ ਚੀਜ਼ ਇਹ ਦੱਸਦੇ ਕਿ ਬਈ ਜਿਹੜੀ ਮਨ ਦੀ ਆਦਤ ਹੈ ਨਾ, ਮਨ ਦਾ ਸੁਭਾਅ, ਕੀ ਸੁਭਾਅ ਮਨ ਦਾ, ਕਿ ਇਹ ਜਿਹੜਾ ਮਨ ਆ ਨਾ ਇਨਸਾਨ ਦਾ, ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਲਜਤਾਂ ਦਾ ਆਸ਼ਕ ਕਹਿ ਲਓ। ਕਹਿੰਦੇ ਜਿਹੜੀ ਬਾਹਰਲੀ ਲਜਤ ਆ ਨਾ ਉਹ ਇਸ ਦੇ ਨਾਲ ਜਿਹੜਾ ਉਹ ਪ੍ਰਭਾਵਿਤ ਹੋ ਜਾਵੇਗਾ। ਮਹਾਤਮਾ ਨੇ ਇੱਕ ਤਰੀਕਾ ਆਪਾਂ ਨੂੰ ਦੱਸਿਆ ਕਿ ਵੀ ਜਿੰਨਾ ਚਿਰ ਇਸ ਮਨ ਨੂੰ ਉਹ ਜਿਹੜੀ ਇਸ ਦੇ ਅੰਦਰ ਚੀਜ਼ ਐਂਟਰ ਹੋ ਚੁੱਕੀ ਹੈ ਨਾ, ਉਸ ਤੋਂ ਉੱਚੀ ਔਰ ਸੁੱਚੀ ਚੀਜ਼ ਇਸ ਨੂੰ ਪ੍ਰਾਪਤ ਨਹੀਂ ਹੁੰਦੀ, ਇਹ ਮਨ ਉਸ ਚੀਜ਼ ਨੂੰ ਛੱਡਣ ਵਾਸਤੇ ਜਿਹੜਾ ਉਹ ਤਿਆਰ ਨਹੀਂ ਹੋਵੇਗਾ। ਇਸ ਚੀਜ਼ ਨੂੰ ਭਗਵਾਨ ਵਾਲਮੀਕ ਜੀ ਨੇ ਅਭਿਆਸ ਆਖਿਆ। ਕਹਿੰਦੇ ਫਿਰ ਹੁੰਦਾ ਕਿ ਕਿਸੇ ਪੂਰਨ ਸੰਤ ਸਤਿਗੁਰੂ ਦੀ ਕਹਿ ਲਓ, ਭਗਵਾਨ ਵਾਲਮੀਕ ਜੀ ਨੇ ਸੰਤ ਜਨ ਲਫ਼ਜ਼ ਜਿਹੜਾ ਆਪਣੀ ਬਾਣੀ ਦੇ ਅੰਦਰ ਬਹੁਤ ਜਗ੍ਹਾ ਤੇ ਵਰਤਿਆ ਕਿ ਉਹ ਹੀ ਤਰੇ ਜਿਨ੍ਹਾਂ ਨੂੰ ਸੰਤਾਂ ਦੀ ਸ਼ਰਨ ਪ੍ਰਾਪਤ ਹੋਈ। ਹੁਣ ਸਵਾਲ ਇਸ ਚੀਜ਼ ਦਾ ਕਿ ਸੰਤਾਂ ਦੀ ਸ਼ਰਨ ਵਿੱਚ ਜਾਣਾ ਕਿਉਂ ਜ਼ਰੂਰੀ? ਇਸ ਕਰਕੇ ਜ਼ਰੂਰੀ ਕਿ ਉਹ ਮਨ ਨੂੰ ਕਾਬੂ ਕਰਨ ਦੀ ਦਵਾਈ ਕਹਿ ਲਓ, ਤਰੀਕਾ ਕਹਿ ਲਓ, ਢੰਗ ਕਹਿ ਲਓ, ਸਾਧਨ ਕਹਿ ਲਓ, ਇਸ ਇਨਸਾਨ ਨੂੰ ਜਿਹੜਾ ਉਹ ਦਿੰਦੇ। ਉਹ ਕੀ ਦੱਸਦੇ ਕਿ ਵੀ ਅਭਿਆਸ ਕਰਨਾ ਚਾਹੀਦਾ। ਆ ਭਗਵਾਨ ਵਾਲਮੀਕ ਜੀ ਦੀ ਬਾਣੀ ਹੁਣ ਹੈ ਕਿ ਅਭਿਆਸ ਕਾਹਦੇ ਵਾਸਤੇ ਕਰਨਾ? ਕਿਉਂਕਿ ਜਿਹੜੀ ਚੀਜ਼ ਇਸ ਇਨਸਾਨ ਦੀਆਂ ਇੰਦਰੀਆਂ ਦੇ ਰਾਹੀਂ ਐਂਟਰ ਹੋ ਗਈ, ਇਸ ਇਨਸਾਨ ਦੇ ਮਨ ਦੇ ਉੱਪਰ ਉਹ ਲਾਈਨਾਂ ਫਿਰ ਗਈਆਂ, ਕਹਿ ਲਓ ਗਰੂਵਸ, ਜਿਸ ਤਰ੍ਹਾਂ ਆਪਾਂ ਕਹਿ ਰਹੀਏ ਨਾ, ਉਹ ਚੀਜ਼ ਬਣ ਗਈ। ਤੇ ਫਿਰ ਮਹਾਤਮਾ ਕਹਿੰਦੇ ਜੀ ਕਿ ਤੁਹਾਨੂੰ ਅਭਿਆਸ ਦਿੱਤਾ, ਉਸ ਅਭਿਆਸ ਦੇ ਰਾਹੀਂ ਆਪਾਂ ਉਹ ਜਿਹੜੀਆਂ ਲਾਈਨਾਂ ਨਾ ਵਗ ਚੁੱਕੀਆਂ ਉਹਨਾਂ ਨੂੰ ਜਿਹੜਾ ਉਹ ਖਤਮ ਕਰਨਾ। ਵੈਸੇ ਔਖਾ, ਕਿਉਂਕਿ ਕਿਤੇ ਕਿਤੇ ਮਹਾਤਮਾ ਨੇ ਇਹ ਜਿਹੜਾ ਅਭਿਆਸ ਆ ਨਾ, ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਨੂੰ ਅਲੂਣੀ ਸਿਲ ਚੱਟਣ ਦੀ ਜਿਹੜੀ ਉਹ ਗੱਲ ਆਖੀ। ਕਿਉਂਕਿ ਇਹ ਚੀਜ਼ ਔਖੀ ਆ, ਕਹਿ ਲੈਣਾ ਬੜਾ ਸੌਖਾ ਲੇਕਿਨ ਔਖਾ, ਕਿਉਂਕਿ ਉਸ ਵਿੱਚੋਂ ਅਭਿਆਸ ਚੋਂ ਮਿਲੇਗਾ ਕੁਝ ਨਹੀਂ, ਲੇਕਿਨ ਫਿਰ ਵੀ ਇਹ ਇਨਸਾਨ ਜਿਹੜਾ ਉਹ ਕਰ ਰਿਹਾ। ਜਿਸ ਤਰ੍ਹਾਂ ਆਪਾਂ ਹੋਰ ਦੇਖ ਸਕਦੇ ਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਇਸੇ ਹੀ ਕਰਕੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ ਕਿ ਚਾਖਾ ਚਾਹੇ ਪ੍ਰੇਮ ਰਸ, ਰਾਖਾ ਚਾਹੇ ਮਾਨ, ਏਕ ਮੇ ਆਨ ਮੇ ਦੋ ਖੜਗ, ਦੇਖਾ ਸੁਣਾ ਨਾ ਕਾ। ਕਹਿੰਦੇ ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਮਹਾਤਮਾ ਨੇ ਆਪਾਂ ਨੂੰ ਇਸ਼ਾਰਾ ਦੇ ਦਿੱਤਾ। ਇਸ ਕਰਕੇ ਕਹਿੰਦੇ ਜੀ ਕਿ ਕਰਨਾ ਕੀ ਸੀ? ਕਹਿੰਦੇ ਵੀ ਆਪਣੇ ਅੰਦਰ ਉਹ ਗੁਣ ਜਿਹੜੇ ਉਹ ਪੈਦਾ ਕਰਨ ਦੀ ਗੱਲ ਜਿਹੜੀ ਮਹਾਤਮਾ ਆਪਾਂ ਨੂੰ ਜਿਹੜਾ ਉਹ ਦੱਸਦੇ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਕਿ ਭਗਵਾਨ ਵਾਲਮੀਕ ਜੀ ਨੇ ਵਿਰਾਗ ਅਤੇ ਅਭਿਆਸ ਦੀ ਗੱਲ ਆਪਣੀ ਬਾਣੀ ਦੇ ਅੰਦਰ ਕੀਤੀ। ਹੁਣ ਕਿਉਂਕਿ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਦੱਸਣ ਅਨੁਸਾਰ ਆਪਾਂ ਕਹਿ ਲਈਏ, ਉਹ ਕਹਿੰਦੇ ਜੀ ਕਿ ਮਾਣ ਅਤੇ ਵਡਿਆਈ ਜਿਹੜੀ ਉਹਨਾਂ ਚੀਜ਼ਾਂ ਨੂੰ ਲੈ ਕੇ ਇਹ ਇਨਸਾਨ ਉਸ ਮਾਲਕ ਦੇ ਘਰ ਤੱਕ ਜਿਹੜਾ ਉਹ ਨਹੀਂ ਪਹੁੰਚ ਸਕਦਾ।
ਆਪਾਂ ਇੱਕ ਜਾਂ ਦੋ ਪ੍ਰਮਾਣ ਜਿਹੜੇ ਉਹ ਗੁਰਬਾਣੀ ਦੇ ਵਿੱਚੋਂ ਲਵਾਂਗੇ। ਸ਼ੇਖ ਫਰੀਦ ਮੁਸਲਮਾਨਾਂ ਦੇ ਅੰਦਰ ਪੂਰਨ ਮਹਾਤਮਾ ਹੋਏ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਉਹ ਹਿੱਸਾ ਬਣ ਚੁੱਕੀ। ਭਗਵਾਨ ਵਾਲਮੀਕ ਜੀ ਨੇ ਉਹ ਚੀਜ਼ ਜਿਹੜੀ ਉਹ ਤ੍ਰੇਤਾ ਯੁੱਗ ਦੇ ਅੰਦਰ ਵਰਣਨ ਕੀਤੀ, ਤੇ ਉਹੀ ਚੀਜ਼ ਜਿਹੜੀ ਪੂਰਨ ਮਹਾਤਮਾ ਜਿਹੜੇ ਉਹਨਾਂ ਨੇ ਵੱਖਰੇ ਵੱਖਰੇ ਸਮੇਂ ਦੇ ਅੰਦਰ ਆ ਕੇ ਆਪਣੀ ਬਾਣੀ ਦੇ ਅੰਦਰ ਜਿਹੜਾ ਉਹਨਾਂ ਦਾ ਜ਼ਿਕਰ ਕੀਤਾ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ? ਕਹਿੰਦੇ ਫਰੀਦਾ ਥਿਓ ਪਵਾਹੀ ਦਬ। ਸਿੰਪਲ ਲਫ਼ਜ਼ਾਂ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਸ਼ੇਖ ਫਰੀਦ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕੀ ਫਰਮਾਇਆ? ਕਹਿੰਦੇ ਥੀਹੋ ਪਵਾਹੀ ਦਬ। ਪਵਾਹੀ ਤੋਂ ਭਾਵ ਪਹਿਆ। ਜਿਸ ਤਰ੍ਹਾਂ ਵੈਸੇ ਇਹ ਲੈਂਗੁਏਜ ਜਿਹੜੀ ਜੀ ਕਿਉਂਕਿ ਸਿੰਪਲ ਤੇ ਉਸ ਸਮੇਂ ਦੇ ਅਨੁਸਾਰ ਉਹਨਾਂ ਨੇ ਰਚੀ, ਜਿਸ ਚੀਜ਼ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਆਪਾਂ ਲਿਆ ਸਕਦੇ ਕਿ ਹੁੰਦਾ ਕੀ ਸੀ ਪੁਰਾਣੇ ਸਮੇਂ ਦੇ ਵਿੱਚ। ਮੈਂ ਉਸ ਚੀਜ਼ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਕਿ ਜਿਸ ਸਮੇਂ ਲੋਕ ਸਫ਼ਰ ਕਰਦੇ ਸਨ ਨਾ, ਤੇ ਇਸ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਜਿਹੜੇ ਉਹ ਨਹੀਂ ਸਨ, ਤੇ ਲੋਕ ਜਿਹੜੇ ਉਹ ਪੱਗ ਡੰਡੀਆਂ ਕਹਿ ਲਓ, ਛੋਟੇ ਰਸਤੇ ਕਹਿ ਲਓ, ਉਹਨਾਂ ਰਸਤਿਆਂ ਉੱਪਰ ਚੱਲ ਕੇ ਪਿੰਡਾਂ ਨੂੰ ਜਾਂ ਸ਼ਹਿਰਾਂ ਨੂੰ ਜਿਹੜਾ ਉਹ ਜਾਇਆ ਕਰਦੇ ਸਨ, ਜਿਸ ਨੂੰ ਪਹਿਆ ਕਹਿੰਦੇ ਸਨ, ਰਾਹ ਕਹਿੰਦੇ ਸਨ। ਸ਼ੇਖ ਫਰੀਦ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਫਰੀਦਾ ਥੀਹੋ ਪਵਾਹੀ ਦਬ। ਦਬ ਤੋਂ ਭਾਵ ਘਾਹ ਕਹਿ ਲਓ, ਜਾਂ ਇਸ ਤਰ੍ਹਾਂ ਦੀ ਹੋਰ ਚੀਜ਼ ਜਿਹੜੀ ਉਸ ਦੇ ਪ੍ਰਤੀ ਸ਼ੇਖ ਫਰੀਦ ਜੀ ਨੇ ਆਖਿਆ। ਦੱਸਣ ਤੋਂ ਕੀ ਭਾਵ ਉਹਨਾਂ ਦਾ ਕਿ ਬਈ ਇਸ ਤਰ੍ਹਾਂ ਦੀ ਅਵਸਥਾ ਜੇਕਰ ਇਸ ਇਨਸਾਨ ਦੀ ਨਹੀਂ ਬਣੇਗੀ ਤੇ ਫਿਰ ਇਹ ਉਸ ਮਾਲਕ ਦੇ ਘਰ ਵਿੱਚ ਨਹੀਂ ਪਹੁੰਚ ਸਕੇਗਾ। ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਕਿਉਂ ਨਹੀਂ ਪਹੁੰਚ ਸਕੇਗਾ। ਸ਼ੇਖ ਫਰੀਦ ਜੀ ਨੇ ਕੀ ਫਰਮਾਇਆ? ਫਰੀਦਾ ਥੀਹੋ ਪਵਾਹੀ ਦਬ, ਜੇ ਸਾਈਂ ਲੋੜੇ ਸਭ। ਮੁਸਲਮਾਨ ਮਹਾਤਮਾ ਸਨ, ਇਸ ਕਰਕੇ ਸਾਈਂ ਲਫ਼ਜ਼ ਵਰਤਿਆ। ਕਹਿੰਦੇ ਜੇਕਰ ਉਸ ਸਾਈਂ ਦੀ ਲੋੜ ਆ, ਉਸ ਸਾਈਂ ਨਾਲ ਮਿਲਾਪ ਕਰਨਾ ਚਾਹੁੰਦੇ ਆ, ਉਸ ਸਾਈਂ ਨੂੰ ਮਿਲਣਾ ਚਾਹੁੰਦੇ ਆ, ਸੌਖੇ ਲਫ਼ਜ਼ਾਂ ਆਪਾਂ ਕਹਿ ਲਈਏ ਕਿ ਉਸ ਪਰਮਾਤਮਾ ਦੇ ਘਰ ਤੱਕ ਜਾਣ ਦੇ ਲਈ ਇਸ ਇਨਸਾਨ ਨੂੰ ਆਪਣੇ ਅੰਦਰ ਜਿਹੜੇ ਕਿਹੜੇ ਗੁਣ ਜਿਹੜੇ ਉਹਨਾਂ ਨੂੰ ਅਖਤਿਆਰ ਕਰਨਾ ਪਵੇਗਾ, ਧਾਰਨ ਕਰਨਾ ਪਵੇਗਾ। ਸ਼ੇਖ ਫਰੀਦ ਜੀ ਨੇ ਉੱਥੋਂ ਗੱਲ ਲੈ ਕੇ ਆਂਦੀ। ਕਹਿੰਦੇ ਫਰੀਦਾ ਥੀਹੋ ਪਵਾਹੀ ਦਬ, ਜੇ ਸਾਈਂ ਲੋੜੇ ਸਭ। ਕਹਿੰਦੇ ਜੇ ਤੈਨੂੰ ਉਸ ਮਾਲਕ ਨਾਲ ਮਿਲਣ ਦੀ ਬਈ ਲੋੜ ਆ, ਤੇ ਕਹਿੰਦੇ ਬਈ ਸ਼ੌਂਕ ਆ, ਇੱਕ ਛਿੱਜੇ ਬੀਆ ਲਤਾੜੀ। ਇਹ ਛਿੱਜੇ ਤੋਂ ਭਾਵ ਟੁੱਟ ਜਾਣਾ, ਬੀਆ ਤੋਂ ਭਾਵ ਜਿਸ ਤਰ੍ਹਾਂ ਉਹ ਦੱਬਿਆ ਨਾ, ਜਦੋਂ ਪੱਗ ਡੰਡੀਆਂ ਦੇ ਉੱਪਰ ਦੀ ਉਹ ਜਿਹੜੇ ਰਾਹੀ ਆ ਨਾ ਉਹ ਚੱਲਦੇ, ਤੇ ਜਿਹੜੀ ਦੱਬਿਆ ਉਹ ਰਸਤੇ ਦੇ ਵਿੱਚ ਹੁੰਦੀ, ਤੇ ਫਿਰ ਉਹ ਛੋਟੇ ਛੋਟੇ ਜਿਹੜੇ ਉਸਦੇ ਉਹ ਪੀਸ ਬਣ ਜਾਂਦੇ। ਸ਼ੇਖ ਫਰੀਦ ਜੀ ਆਪਾਂ ਨੂੰ ਇਸ ਬਾਣੀ ਦੇ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਇਨਸਾਨ ਇਹੋ ਜੀ ਆਪਣੀ ਬਈ ਜਿਹੜੀ ਉਹ ਅਵਸਥਾ ਅਪਣਾ ਲੈ। ਇੱਕ ਛਿੱਜੇ ਬੀਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਕੰਡੀਸ਼ਨ ਲਾਤੀ। ਹੁਣ ਜਿਸ ਤਰ੍ਹਾਂ ਮੈਂ ਕਿਸੇ ਨੂੰ ਕਹਾਂ ਨਾ ਕਿ ਤੁਸੀਂ ਤਾਂ ਘਰ ਵਿੱਚ ਐਂਟਰ ਹੋ ਸਕਦੇ ਆ ਜੇਕਰ ਵੀ ਘਰ ਦੇ ਵਿੱਚ ਕੋਈ ਪਹਿਲੋਂ ਹੈਗਾ, ਜੇਕਰ ਨਹੀਂ ਹੈਗਾ ਤੇ ਫਿਰ ਤੁਸੀਂ ਐਂਟਰ ਨਹੀਂ ਹੋ ਸਕਦੇ। ਕੰਡੀਸ਼ਨ ਆ ਨਾ। ਆਪਾਂ ਇੰਡੀਆ ਨੂੰ ਜਾਣਾ ਹੋਵੇ ਤੇ ਉਹਨਾਂ ਦੀ ਕੰਡੀਸ਼ਨ ਆ ਕਿ ਵੀ ਪਾਸਪੋਰਟ ਹੋਣਾ ਚਾਹੀਦਾ, ਟਿਕਟ ਹੋਣੀ ਚਾਹੀਦੀ, ਸੀਟ ਜਿਹੜੀ ਆ ਉਹ ਤੁਹਾਡੀ ਬੁੱਕ ਹੋਣੀ ਚਾਹੀਦੀ। ਤੇ ਜੇਕਰ ਕੋਈ ਇਨਸਾਨ ਸਿੱਧਾ ਹੀ ਕਵੇ ਕਿ ਮੈਂ ਵੀ ਜਹਾਜ਼ ਤੇ ਚੜ੍ਹ ਕੇ ਇੰਡੀਆ ਚਲੇ ਜਾਣਾ, ਨਹੀਂ ਜਾ ਸਕੋਗੇ। ਸ਼ੇਖ ਫਰੀਦ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਉਸ ਪਰਮਾਤਮਾ ਦੇ ਨਾਲ ਨਹੀਂ ਮਿਲ ਸਕੋਗੇ। ਕਿਉਂ ਨਹੀਂ ਮਿਲ ਸਕੋਗੇ? ਇਸ ਕਰਕੇ ਨਹੀਂ ਮਿਲ ਸਕੋਗੇ ਕਿ ਵੀ ਤੁਸੀਂ ਉਹ ਜਿਹੜੇ ਗੁਣ ਆ ਨਾ ਉਹਨਾਂ ਨੂੰ ਧਾਰਨ ਨਹੀਂ ਕੀਤਾ। ਇੱਕ ਛਿੱਜੈ ਬੀਆ ਲਤਾੜੀਏ ਤਾਂ ਸਾਈਂ ਦੇ ਦਰ ਵਾੜੀਏ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਇੱਕ ਪ੍ਰਮਾਣ ਆਪਾਂ ਲਵਾਂਗੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਇਸੇ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕੀ ਫਰਮਾਇਆ? ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ। ਜਿਨ ਲਫ਼ਜ਼ ਇੱਥੇ ਆਪਾਂ ਇਹ ਚੀਜ਼ ਦਾਅਵੇ ਨਾਲ ਆਖ ਸਕਦੇ ਹਾਂ ਕਿ ਕਿਸੇ ਵੀ ਪੂਰਨ ਮਹਾਤਮਾ ਦੀ ਬਾਣੀ ਜਿਹੜੀ ਇਹ ਉਸ ਕੌਮ ਜਾਂ ਜਾਇਦਾਦ ਜਿਹੜੀ ਉਸ ਕੌਮ ਦੀ ਜਾਇਦਾਦ ਜਿਹੜੀ ਉਹ ਨਹੀਂ ਆਖ ਸਕਦੇ।
क्योंकि बाणी विच फैसला स्पष्ट। सतगुरु कबीर साहब महाराज जी कहते जेकर बई तुसी उस मालक नूं मिलना चाहुंदे हो, सिख हो, हिंदू हो, मुसलमान हो, इस्त्री आ, पुरुष आ, इत्थे किसी कौम या मजहब दा वो सवाल पैदा नहीं हुंदा। की फरमाया, कहते जिन ऐसा कर बुझे आ मीत हमारा सोए। कहते ओ मेरा मित्र आ जिसने सतगुरु कबीर साहब महाराज जी कहते बई एहो जे गुण जिहड़े आ ना अपने अंदर जिहड़े ओ धारण करना। एक उदाहरण जिहड़ी ओ आपां होर लवांगे, जिस तरह गुरु घर ने भी अपनी बाणी दे अंदर एक जगह ते जिक्र कीता जी, कहते हो सबना की रेणुका। रेणुका कहते जिस तरह आपां रस्ते चलते हैं ना ते रस्ते दे विच हुंदी धूड़ कह लो, मिट्टी कह लो, पंजवें पातशाह महाराज जी ने उथों वो चीज लैके आंदी। कहते हो सबना की रेणुका ताओ आओ हमारे पास। कहते तां तुसी जिहड़ा वो मेरे पास जिहड़ा वो आ सकते। हुण अगे चल के जिस तरह भैन जी थोड़ा जिहा इशारा जिहड़ा वो शब्द दे अंदर दे गए अज्ञानता दे संबंध दे विच भगवान वाल्मीकि जी ने की फरमाया, कहते हंकार जिहड़ा वो अज्ञान तो उत्पन्न होया, पहले पैदा होया। हुण ये अज्ञान जिहड़ा जां अज्ञानता आपां कह लईए ये की आ। महात्मा आपां नूं उस चीज़ दे प्रति जिहड़ा वो इशारा करदे, जिस तरह आपां शुरू दे विच बेनती कीती, चाखा चाहे प्रेम रस राखा चाहे मान, एक में आन में दो खड़क देखा सुना ना। कहते भी मान वडियाई लैके आपां उस मालिक दे घर विच दाखल नहीं हो सकते। सतगुरु कबीर साहब महाराज जी ने कहा इस तरह की अवस्था बना लो, शेख फरीद जी ने कहा इस तरह की अवस्था बना लो। भगवान वाल्मीकि जी दे दसन दे अनुसार ये अज्ञान जिहड़ा कहते भी हंकार तो उत्पन्न होया। आपां विचार करके देखांगे, जिस तरह आपां पिछले सत्संगां दे विच जिक्र कीता कि हंकार उस मालिक दे घर विच साडे ਅਤੇ परमात्मा ਦੇ दरम्यान ਜਿਹੜੀ ਉਹ ਇੱਕ ਰੁਕਾਵਟ ਹੈ। महात्मा ਕਹਿੰਦੇ ਹੰਕਾਰ ਕਿਸ ਚੀਜ਼ ਦਾ, ਕਿਉਂਕਿ ਸੰਸਾਰ ਅਤੇ ਸੰਸਾਰ ਦੀਆਂ ਵਸਤੂਆਂ ਕਹਿੰਦੇ ਜੀ ਫਿਰ ਇਹ ਝੂਠੀਆਂ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਨਿਰਵਾਣ ਪ੍ਰਕਰਨ ਦੇ ਅੰਦਰ ਕੋਈ 6 ਸਰਗ ਆ ਜਿਨ੍ਹਾਂ ਦੇ ਵਿੱਚ ਇਸ ਚੀਜ਼ ਦੇ ਪ੍ਰਤੀ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਇੱਕ ਹੋਵੇ ਨਾ ਸਤਰੰਗੀ ਪੀਂਘ ਤੇ ਫਿਰ ਉਹ ਆਕਾਸ਼ ਦੇ ਵਿੱਚ ਜਦਾ ਚ ਰਹਿੰਦੇ ਨੇ ਬੜੇ ਥੋੜੇ ਅਰਸੇ ਵਾਸਤੇ। ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ ਇਹ ਅਗਿਆਨਤਾ ਕਿ ਜੇਕਰ ਕੋਈ ਇਨਸਾਨ ਉਸ ਸਤਰੰਗੀ ਪੀਂਘ ਜਿਹੜੀ ਉਸ ਨੂੰ ਸੱਚ ਮੰਨ ਕੇ ਜਿਹੜਾ ਉਹ ਬੈਠ ਜਾਵੇ। ਦੂਸਰੀ ਚੀਜ਼ ਆਪਾਂ ਵਿਚਾਰ ਕਰਕੇ ਦੇਖ ਸਕਦੇ ਹਾਂ ਕਿ ਮਹਾਤਮਾ ਦੇ ਦੱਸਣ ਅਨੁਸਾਰ ਸੰਸਾਰ ਦੀ ਅਵਸਥਾ ਤੇ ਸੰਸਾਰ ਦੀਆਂ ਜਿਹੜੀਆਂ ਵਸਤੂਆਂ ਨਾ ਉਹ ਵੀ ਝੂਠੀਆਂ ਆਪਾਂ ਆਖ ਸਕਦੇ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ, ਉਸੇ ਚੀਜ਼ ਨੂੰ ਸ਼ੇਖ ਫਰੀਦ ਜੀ ਆਪਣੀ ਬਾਣੀ ਦੇ ਅੰਦਰ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ। ਕੀ ਫਰਮਾਇਆ ਸ਼ੇਖ ਫਰੀਦ ਜੀ ਨੇ, ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ, ਬਾਹਰਲੀ ਧਨ ਦੌਲਤ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈਗੀ ਤੇ ਸ਼ੇਖ ਫਰੀਦ ਜੀ ਦੇ ਦੱਸਣ ਦੇ ਅਨੁਸਾਰ ਕਹਿੰਦੇ ਉਸਾਰ ਦੇ ਪੀ ਗਏ। ਕਹਿੰਦੇ ਸਾਰੀ ਜ਼ਿੰਦਗੀ ਉਹਨਾਂ ਨੂੰ ਅਸਾਰਨ ਦੇ ਵਿੱਚ, ਉਹਨਾਂ ਨੂੰ ਬਣਾਉਣ ਦੇ ਵਿੱਚ ਜਿਹੜੀ ਇਸ ਇਨਸਾਨ ਨੇ ਲਗਾ ਦਿੱਤੀ। ਆਪਾਂ ਗੱਲ ਕਰ ਰਹੇ, ਵਿਚਾਰ ਕਰ ਰਹੇ, ਭਗਵਾਨ ਵਾਲਮੀਕ ਜੀ ਨੇ ਉਸ ਅਗਿਆਨਤਾ ਦੀ ਗੱਲ ਜਿਹੜੀ ਉਸ ਨੂੰ ਸਾਡੇ ਸਾਹਮਣੇ ਰੱਖਿਆ। ਸੰਸਾਰ ਦੀ ਗੱਲ, ਸੰਸਾਰ ਦੀਆਂ ਵਸਤੂਆਂ ਦੀ ਗੱਲ शेख फरीद जी ने की फरमाया, कहते कूड़ा सौदा कर गए। कूड़ा तो भाव कहते कूड़ और झूठ। कहते विचार करके देखो ये इंसान मनन वास्ते तैयार नहीं, लेकिन शेख फरीद जी दे दसन दे अनुसार कहते कोठे मंडप माड़ियां असार दे पी गए, कूड़ा सौदा कर गए, गोरी आए पे। गोरी तो भाव कबर, कहते अखीरला वक्त आ गया। इस इंसान नूं सोझी मिल गई कि बई जिहड़ी चीज़ करन वाली सी कहते उसनूं सच नहीं मन्निया,
ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਅਗਿਆਨਤਾ ਦੀ ਗੱਲ ਕੀਤੀ। ਮਹਾਤਮਾ ਆਪਾਂ ਨੂੰ ਗਿਆਨ ਦੇਣ ਵਾਸਤੇ ਆਉਂਦੇ, ਰਸਤਾ ਦੱਸਣ ਵਾਸਤੇ ਆਉਂਦੇ, ਸੰਸਾਰ ਦੀ ਅਸਲੀਅਤ ਜਿਹੜੀ ਉਸ ਨੂੰ ਸਾਡੇ ਸਾਹਮਣੇ ਜਿਹੜਾ ਉਹ ਪੇਸ਼ ਕਰਦੇ। ਇੱਕ ਸ਼ਲੋਕ ਦੇ ਅੰਦਰ ਸ਼ੇਖ ਫਰੀਦ ਜੀ ਨੇ ਹੋਰ ਫਰਮਾਇਆ ਇਸੇ ਚੀਜ਼ ਨੂੰ, ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੁੱਲ ਮੀਂਹ। ਅਤੁੱਲ ਮੀਂਹ ਲਿਖਿਆ, ਕਹਿੰਦੇ ਜਦੋਂ ਇਹ ਇਨਸਾਨ ਕਬਰ ਵਿੱਚ ਜਾਵੇਗਾ ਨਾ ਤੇ ਫਿਰ ਜਿਹੜੀ ਇਸ ਦੇ ਉੱਪਰ ਮਿੱਟੀ ਪਾਈ ਜਾਂਦੀ, ਸ਼ੇਖ ਫਰੀਦ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਮਿੱਟੀ ਪਈ ਅਤੁੱਲ ਮੀਂਹ, ਕੋਏ ਨਾ ਹੋਸੀ ਮਿੱਤ। ਕਹਿੰਦੇ ਮਿੱਤਰ ਕਹਿੰਦੇ ਬਈ ਉਹ ਨਹੀਂ ਬਣ ਸਕਣਗੇ। ਗੁਰਬਾਣੀ ਵਿੱਚ ਕਿਤੇ ਕਿਤੇ ਇਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਮਿਲਦਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਸੰਤ ਜਨ ਸੰਸਾਰ ਸਮੁੰਦਰ ਦੇ ਪਾਰ ਦੇ ਪਰਬਤ ਹਨ। ਉਹ ਪਰਬਤ ਪਾਣੀ ਦੀਆਂ ਲਹਿਰਾਂ ਨੂੰ ਜਿਹੜਾ ਉਹ ਰੋਕਦੇ। ਬੜੀ ਸਪਸ਼ਟ ਗੱਲ ਜਿਹੜੀ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਾਡੇ ਸਾਹਮਣੇ ਲੈ ਕੇ ਆਂਦੀ ਕਿ ਉਹਨਾਂ ਨੂੰ ਆਪਾਂ ਮਹਾਪੁਰਸ਼ ਕਹਿ ਲਈਏ, ਬੁੱਧੀਵਾਨ ਕਹਿ ਲਈਏ, ਚਾਹੇ ਆਪਾਂ ਕਿਸੇ ਹੋਰ ਲਫ਼ਜ਼ ਨਾਲ ਆਪਾਂ ਉਸ ਨੂੰ ਯਾਦ ਕਰ ਸਕਦੇ। ਕਹਿੰਦੇ ਉਹਨਾਂ ਦੀ ਅਵਸਥਾ ਇਸ ਤਰ੍ਹਾਂ ਦੀ ਹੋਵੇਗੀ, ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇਗੀ। ਕਹਿੰਦੇ ਇੱਕ ਐਗਜ਼ੈਂਪਲ ਕਹਿ ਲਓ, ਇੱਕ ਉਦਾਹਰਣ ਕਹਿ ਲਓ, ਬਣ ਕੇ ਉਹ ਸਾਡੇ ਸਾਹਮਣੇ ਜਿਹੜੀ ਉਹ ਉਸ ਚੀਜ਼ ਨੂੰ ਪੇਸ਼ ਕਰਨਗੇ। ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਕਿ ਇਹ ਸੰਸਾਰ ਮਿਥਿਆ, ਸੰਸਾਰ ਦੀਆਂ ਵਸਤੂਆਂ ਜਿਹੜੀਆਂ ਉਹ ਮਿਥੀਆਂ, ਲੇਕਿਨ ਅਸਲ ਚੀਜ਼ ਸੰਤ ਮਹਾਤਮਾ ਆਪਾਂ ਨੂੰ ਕੀ ਦੱਸਦੇ। ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਸੰਤ ਜਨ ਸੰਸਾਰ ਸਮੁੰਦਰ ਦੇ ਪਾਰ ਦੇ ਪਰਬਤ ਹਨ। ਉਹ ਪਰਬਤ ਪਾਣੀ ਦੀਆਂ ਲਹਿਰਾਂ ਨੂੰ ਰੋਕਦੇ ਹਨ। ਬਾਹਰਲੀ ਉਦਾਹਰਣ ਦੇ ਕੇ ਭਗਵਾਨ ਵਾਲਮੀਕ ਜੀ ਨੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਸ਼ੁਰੂ ਕੀਤਾ ਸੀ ਮਨ ਦੇ ਵਿਕਾਰਾਂ ਦੀ ਗੱਲ, ਮਨ ਦੀਆਂ ਵਾਸਨਾਵਾਂ ਦੀ ਗੱਲ, ਮਨ ਦੀਆਂ ਤਰੰਗਾਂ ਦੀ ਗੱਲ। ਕਹਿੰਦੇ ਜਿਸ ਤਰ੍ਹਾਂ ਇੱਕ ਪਰਬਤ ਹੋਵੇ ਨਾ, ਆਪਾਂ ਪਹਾੜ ਕਹਿ ਲਈਏ, ਜਿਸ ਤਰ੍ਹਾਂ ਕਦੇ ਆਪਾਂ ਸੀ ਸਾਈਡ ਤੇ ਜਾਈਏ ਤੇ ਕੀ ਵੇਖਦੇ ਆ ਕਿ ਬਈ ਉੱਥੇ ਪੱਥਰਾਂ ਦੀ ਚੁਣਾਈ ਕਰਕੇ ਉੱਚੀਆਂ ਉੱਚੀਆਂ ਕੰਧਾਂ ਬਣਾਈਆਂ ਹੁੰਦੀਆਂ। ਕਿਸ ਵਾਸਤੇ? ਇਸ ਕਰਕੇ ਕਿ ਜਦੋਂ ਉਹ ਸਮੁੰਦਰ ਦੇ ਵਿੱਚ ਜਿਸ ਤਰ੍ਹਾਂ ਜਵਾਰ ਭਾਟਾ ਆਏਗਾ, ਉਤਰਾ ਚੜਾ ਆਵੇਗਾ ਤੇ ਫਿਰ ਉਹ ਜਿਹੜਾ ਸਮੁੰਦਰ ਦੀਆਂ ਲਹਿਰਾਂ ਨਾ ਉਹ ਉਹਨੂੰ ਜਿਹੜਾ ਉਹ ਨੁਕਸਾਨ ਦੀ ਬਿਲਡਿੰਗ ਜਿਹੜੀ ਉਸ ਨੂੰ ਨਹੀਂ ਪਹੁੰਚਾ ਸਕਦੀਆਂ। ਭਗਵਾਨ ਵਾਲਮੀਕ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਸੰਤ ਜਨ ਸੰਸਾਰ ਸਮੁੰਦਰ ਦੇ ਪਾਰ ਦੇ ਪਰਬਤ ਹਨ। ਉਹ ਪਰਬਤ ਪਾਣੀ ਦੀਆਂ ਲਹਿਰਾਂ ਨੂੰ ਰੋਕਦੇ ਹਨ। ਇਸੇ ਚੀਜ਼ ਨੂੰ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੇ ਅੰਦਰ ਮਨ ਦੀਆਂ ਤਰੰਗਾਂ ਦੀ ਗੱਲ ਕਰਦੇ ਹੋਏ ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਨੇ ਸਾਡੇ ਸਾਹਮਣੇ ਲੈ ਕੇ ਆਂਦੀ, ਕਹਿੰਦੇ ਜਿਸ ਤਰ੍ਹਾਂ ਕਹਿ ਲੋ ਸ਼ੇਖ ਫਰੀਦ ਜੀ ਨੇ ਜ਼ਿਕਰ ਕੀਤਾ ਜੀ, ਕਹਿੰਦੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਦੜੀਆਂ ਮਨੋ ਮਚਿੰਦੜੀਆਂ। ਆਪਾਂ ਸ਼ੁਰੂ ਕੀਤੀ ਗੱਲ ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ। ਕਹਿੰਦੇ ਮਨ ਨੂੰ ਮਚਲਾਉਣ ਵਾਲੀਆਂ, ਕਹਿੰਦੇ ਉਹ ਵਸਤਾਂ ਜੇਕਰ ਬਈ ਇਹ ਇਨਸਾਨ ਉਹਨਾਂ ਨੂੰ ਕਹਿੰਦੇ ਰੋਕਣਾ ਸਿੱਖ ਜਾਵੇ ਤੇ ਫਿਰ ਇਸ ਇਨਸਾਨ ਦੀ ਗੱਲ ਜਿਹੜੀ ਉਹ ਬਣ ਸਕਦੀ। ਅੱਗੇ ਚੱਲ ਕੇ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ, ਕਹਿੰਦੇ ਸੰਤ ਜਨ ਆਪਣੇ ਚਿੱਤ ਨੂੰ ਵੀ ਰੋਕਦੇ ਹਨ। ਚਿੱਤ ਤੋਂ ਭਾਵ ਮਨ ਇੱਥੇ। ਕਹਿੰਦੇ ਇਹ ਉਹਨਾਂ ਦੀ ਅਵਸਥਾ ਹੋਵੇਗੀ। ਜਿਸ ਤਰ੍ਹਾਂ ਮੈਂ ਬੇਨਤੀ ਕਰਾਂ, ਜੇਕਰ ਇੱਕ ਇਨਸਾਨ ਜਿਹੜਾ ਨਾ ਇਹੋ ਜੀ ਅਵਸਥਾ ਦਾ ਮਾਲਕ ਆ। ਮੈਨੂੰ ਇੱਕ ਛੋਟੀ ਜੀ ਗੱਲ ਜਿਹੜੀ ਉਹ ਯਾਦ ਆ ਗਈ। ਕਿਸੇ ਬੀਬੀ ਨੇ ਆਪਣੇ ਬੱਚੇ ਨੂੰ ਕਿਸੇ ਮਹਾਤਮਾ ਦੇ ਕੋਲ ਲੈ ਕੇ ਗਈ ਤੇ ਉਸ ਮਹਾਤਮਾ ਨੂੰ ਆਖਿਆ, ਮਹਾਤਮਾ ਜੀ ਆ ਮੇਰਾ ਬੱਚਾ ਜਿਹੜਾ ਨਾ ਇਹ ਗੁੜ ਬੜਾ ਖਾਂਦਾ ਤੇ ਇਹਨੂੰ ਕੋਈ ਇਹੋ ਜਿਹੀ ਚੀਜ਼ ਦੱਸੋ, ਕਿਉਂਕਿ ਜਿਸ ਤਰ੍ਹਾਂ ਆਪਾਂ ਚਾਕਲੇਟ ਵਗੈਰਾ ਕਹਿੰਦੇ ਬੱਚਿਆਂ ਨੂੰ ਕਿ ਬਈ ਨਾ ਖਾ। ਤੇ ਮਹਾਤਮਾ ਕਹਿੰਦੇ ਜੀ ਤੁਸੀਂ ਕੱਲ ਨੂੰ ਆਉਣਾ। ਤੇ ਫਿਰ ਮਹਾਤਮਾ ਨੇ ਉਸ ਬੱਚੇ ਨੂੰ ਕਿਹਾ, ਬੇਟਾ ਜੀ ਉਹ ਚਾਕਲੇਟ ਤੇ ਗੁੜ ਵਗੈਰਾ ਜਿਹੜੇ ਉਹਨਾਂ ਨੂੰ ਨਾ ਖਾਓ। ਤੇ ਬੀਬੀ ਕਹਿੰਦੀ, ਮਹਾਤਮਾ ਜੀ ਜੇ ਤੁਸੀਂ ਇਹੋ ਗੱਲ ਮੈਨੂੰ ਕੱਲ ਹੀ ਦੱਸ ਦਿੰਦੇ, ਤੁਹਾਡਾ ਸਮਾਂ ਵੀ ਬਚ ਜਾਂਦਾ ਤੇ ਮੇਰਾ ਵੀ ਬਚ ਜਾਂਦਾ। ਪਤਾ ਜੀ ਮਹਾਤਮਾ ਨੇ ਕੀ ਆਖਿਆ? ਮਹਾਤਮਾ ਕਹਿੰਦੇ ਕੱਲ ਤੱਕ ਮੰਮੀ ਗੁੜ ਖਾਂਦਾ ਸੀ। ਭਗਵਾਨ ਵਾਲਮੀਕ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਸੰਤ ਜਨ ਆਪਣੇ ਚਿੱਤ ਨੂੰ ਵੀ ਰੋਕਦੇ ਹਨ ਤੇ ਜੋ ਕੋਈ ਵੀ ਉਹਨਾਂ ਦੇ ਨੇੜੇ ਜਾਂਦਾ ਤੇ ਉਸ ਦੀ ਵੀ ਰੱਖਿਆ ਕਰਦੇ ਹਨ।
ਕਿਸ ਤਰ੍ਹਾਂ ਰੱਖਿਆ ਕਰਦੇ? ਕਹਿੰਦੇ ਜਿਵੇਂ ਭੁਚਾਲ ਕਰਕੇ ਸਮੇਰ ਪਰਬਤ ਨਹੀਂ ਡੋਲਦਾ, ਤਿਵੇਂ ਹੀ ਉਹ ਵੀ ਨਹੀਂ ਡੋਲਦੇ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਸੰਤਾਂ ਦੀ ਗੱਲ ਕੀਤੀ, ਸਾਧੂ ਦੀ ਗੱਲ ਕੀਤੀ ਕਿ ਜਦੋਂ ਇਨਸਾਨ ਉਹਨਾਂ ਦੀ ਸ਼ਰਨ ਵਿੱਚ ਜਾਵੇਗਾ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਨਾ, ਉਹ ਇੱਕ ਮੀਲ ਪੱਥਰ ਦੇ ਜਿਹੜੀ ਉਹ ਬਰਾਬਰ ਹੋਵੇਗੀ। ਇਸ ਕਰਕੇ ਭਗਵਾਨ ਵਾਲਮੀਕ ਜੀ ਦੇ ਦੱਸਣ ਦੇ ਅਨੁਸਾਰ ਜਿਨ੍ਹਾਂ ਇਨਸਾਨਾਂ ਦੇ ਅੰਦਰ ਮਨ ਦੇ ਵਿਕਾਰ ਜਿਹੜੇ ਉਹ ਕਰ ਗਏ, ਉਹ ਇਨਸਾਨ ਉਸ ਮਾਲਕ ਦੇ ਨਾਲ ਜਿਹੜਾ ਉਹ ਮਿਲਾਪ ਨਹੀਂ ਕਰ ਸਕਦੇ। ਗੁਰਮੁਖ ਪਿਆਰਿਓ, ਆਪਾਂ ਭਗਵਾਨ ਵਾਲਮੀਕ ਜੀ ਦੀ ਬਾਣੀ ਵਿੱਚੋਂ ਵਿਵੇਕੀ ਪੁਰਸ਼ਾਂ ਬਾਰੇ ਵਿਚਾਰ ਕੀਤੀ ਤੇ ਗੁਰਬਾਣੀ ਦੇ ਆਸ਼ੇ ਅਨੁਸਾਰ ਜੋ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੇ, ਬਾਣੀ ਆਪਾਂ ਨੂੰ ਉਹਨਾਂ ਗੁਣਾਂ ਨਾਲ ਸਾਂਝ ਪਾਉਣ ਦਾ ਉਪਦੇਸ਼ ਦਿੰਦੀ। ਭਾਈ ਸਾਹਿਬ ਜੀ, ਆਪਾਂ ਵੀ ਕਈ ਵਾਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ, ਰਿਸ਼ੀ ਵਾਲਮੀਕ ਜੀ ਜਾਂ ਫਿਰ ਕਿਸੇ ਨੇ ਮਹਾਰਿਸ਼ੀ ਵਾਲਮੀਕ ਜੀ ਲਿਖ ਦਿੱਤਾ। ਜਿਸ ਤਰ੍ਹਾਂ ਕੁਝ ਵਿਦਵਾਨਾਂ ਨੇ ਉਸ ਨੂੰ ਕਵੀ ਕਰਕੇ ਵੀ ਲਿਖਿਆ, ਜਦੋਂ ਕਿ ਬਾਣੀ ਦੀ ਕਸਵੱਟੀ ਅਨੁਸਾਰ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ ਹਨ, ਆਪਣੇ ਮਨ ਦੇ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕੇ। ਆਪਾਂ ਇਸ ਬਾਰੇ ਕੁਛ ਹੀ ਮਿੰਟ ਆਪਣੇ ਕੋਲ ਬਚੇ ਹਨ, ਸੰਗਤ ਨੂੰ ਕੀ ਕਹਿਣਾ ਚਾਹੁੰਦੇ? ਗੁਰਮੁਖ ਪਿਆਰਿਓ, ਸਮਾਂ ਜਿਹੜਾ ਉਹ ਆਪਣੀ ਰਫ਼ਤਾਰ ਦੇ ਨਾਲ ਜਿਹੜਾ ਉਹ ਤੁਰਿਆ ਜਾ ਰਿਹਾ। ਜਿਸ ਤਰ੍ਹਾਂ ਮੈਂ ਬੇਨਤੀ ਕਰਾਂ, ਭਗਵਾਨ ਵਾਲਮੀਕ ਜੀ ਨੇ ਮਨ ਦੇ ਵਿਕਾਰਾਂ ਦੀ ਗੱਲ ਕੀਤੀ। ਇਹ ਜਿੰਨੇ ਵੀ ਰਿਸ਼ੀ ਜਾਂ ਮਹਾਰਿਸ਼ੀ ਹੋਏ, ਇਹ ਆਪਣੇ ਆਪ ਮਨ ਦੇ ਵਿਕਾਰ ਜਿਹੜੇ ਉਹਨਾਂ ਤੋਂ ਆਪਣੇ ਆਪ ਤੋਂ ਜਿਹੜਾ ਮਨ ਦੇ ਵਿਕਾਰਾਂ ਤੋਂ ਆਪਣੇ ਆਪ ਨੂੰ ਜਿਹੜਾ ਉਹ ਨਹੀਂ ਬਚਾ ਸਕਦੇ। ਸ੍ਰਿੰਗੀ ਰਿਸ਼ੀ ਦੀ ਗੱਲ ਕਰ ਲਓ, ਪਰਾਸ਼ਰ ਰਿਸ਼ੀ ਦੀ ਗੱਲ ਕਰ ਲਓ, ਇਸੇ ਤਰ੍ਹਾਂ ਜਿਹੜਾ ਦੁਰਵਾਸਾ ਰਿਸ਼ੀ ਆ ਉਸ ਦੀ ਆਪਾਂ ਗੱਲ ਕਰ ਲਈਏ, ਇੱਥੋਂ ਤੱਕ ਕਿ ਇੰਦਰ ਦੀ ਆਪਾਂ ਗੱਲ ਕਰ ਲਈਏ ਜਿਸ ਨੂੰ ਸਵਰਗਾਂ ਦਾ ਰਾਜਾ ਕਹਿੰਦੇ, ਤੇ ਇਸੇ ਤਰ੍ਹਾਂ ਮਹਾਦੇਵ ਜਿਸ ਦੀ ਦੁਨੀਆ ਪੂਜਾ ਕਰਦੀ ਆਪਾਂ ਉਸ ਦੀ ਗੱਲ ਕਰ ਲਈਏ, ਵੇਦਾਂ ਦੇ ਜਨਮਦਾਤਾ ਬ੍ਰਹਮਾ ਜੀ ਦੀ ਗੱਲ ਕਰ ਲਈਏ, ਇੱਕ ਦੀ ਆਪਾਂ ਗੱਲ ਕਰ ਲਈਏ ਕਿ ਬਈ ਉਹ ਆਪਣੇ ਆਪ ਨੂੰ ਮਨ ਦੇ ਵਿਕਾਰ ਜਿਹੜੇ ਉਹਨਾਂ ਤੋਂ ਨਹੀਂ ਬਚਾ ਸਕੇ। ਇਸ ਕਰਕੇ ਪੂਰਨ ਮਹਾਤਮਾ ਦਾ ਆਪਾਂ ਉਪਦੇਸ਼ ਕਰ ਲਈਏ, ਪੂਰਨ ਮਹਾਤਮਾ ਦੀ ਆਪਾਂ ਸਿੱਖਿਆ ਕਹਿ ਲਈਏ, ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਦੇਵੇਗੀ ਕਿ ਬਈ ਉਹਨਾਂ ਦੀ ਜ਼ਿੰਦਗੀ ਜਿਹੜੀ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਮੀਲ ਪੱਥਰ ਹੋਵੇਗੀ। ਕਹਿੰਦੇ ਜੀ ਸਮੇਰ ਪਰਬਤ ਦੀ ਜਿਹੜੀ ਉਹ ਨਿਆਈ ਹੋਵੇਗੀ। ਗੁਰਮੁਖ ਪਿਆਰਿਓ, ਸੰਸਾਰ ਦੀ ਸਾਰੀ ਉਸਾਰੀ ਕਿਸੇ ਤਰਤੀਬ, ਕਿਸੇ ਵਿਧੀ ਵਿਧਾਨ ਦੇ ਆਸਰੇ ਉੱਪਰ ਖੜੀ ਹੈ। ਹਾਰਮੋਨੀਅਮ ਵਿੱਚ ਸੁਰਾਂ ਨੂੰ ਤਰਤੀਬ ਅਨੁਸਾਰ ਵਰਤਣਾ ਸੰਗੀਤ ਦਾ ਜਨਮ ਆਖਿਆ ਜਾ ਸਕਦਾ। ਸ਼ਬਦਾਂ ਨੂੰ ਤਰਤੀਬ ਵਿੱਚ ਦੇ ਕੇ ਇੱਕ ਕਵਿਤਾ ਲਿਖੀ ਜਾ ਸਕਦੀ। ਮਾਲਕ ਦੇ ਪਿਆਰਿਆਂ ਨੇ ਆਪਣੀ ਜ਼ਿੰਦਗੀ ਨੂੰ ਉਸ ਮਾਲਕ ਦੇ ਕਾਨੂੰਨਾਂ ਦੀ ਤਰਤੀਬ ਵਿੱਚ ਢਾਲਿਆ। ਆਪਾਂ ਬਾਹਰਲੀ ਉਦਾਹਰਣ ਲੈ ਕੇ ਦੇਖ ਸਕਦੇ ਹਾਂ ਕਿ ਹਾਰਮੋਨੀਅਮ ਜਾਂ ਸਿਤਾਰ ਵਜਾ ਕੇ ਉਸ ਵਿੱਚੋਂ ਸੰਗੀਤ ਕੱਢਣਾ ਹਰ ਇੱਕ ਇਨਸਾਨ ਦੇ ਹਿੱਸੇ ਨਹੀਂ ਆਇਆ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਫਰਮਾਇਆ ਕਿ ਸੰਤਾਂ ਪਾਸ ਯੁਗਤੀ ਹੈ, ਸੰਤਾਂ ਪਾਸ ਕਲਾ ਹੈ, ਤੇ ਉਸ ਢੰਗ ਤਰੀਕੇ ਜਾਂ ਸਾਧਨ ਨੂੰ ਸਿੱਖਣਾ ਪਵੇਗਾ। ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਕੱਪੜੇ ਦੀ ਉਸ ਬਣੀ ਹੋਈ ਪੋਸ਼ਾਕ ਨੂੰ, ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਕੱਪੜਾ ਸੀ ਕੇ ਸਵਾਰ ਕੇ ਇੱਕ ਪੋਸ਼ਾਕ ਬਣਾ ਲੈਣੀ ਇੱਕ ਕਲਾ ਹੈ ਜੋ ਹਰ ਇੱਕ ਨਹੀਂ ਕਰ ਸਕਦਾ, ਪਰ ਕੱਪੜੇ ਦੀ ਉਸ ਬਣੀ ਹੋਈ ਪੋਸ਼ਾਕ ਨੂੰ ਪਾੜ ਹਰ ਕੋਈ ਸਕਦਾ। ਕੱਪੜੇ ਨੂੰ ਪਾੜਨ ਦੀ ਕਲਾ ਸਿੱਖਣ ਦੀ ਲੋੜ ਨਹੀਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਇਨਸਾਨ ਨੇ ਬਹੁਤ ਕੁਝ ਸਵਾਰਿਆ ਤੇ ਸ਼ਿੰਗਾਰਿਆ ਹੈ। ਘਰ ਦੀਆਂ ਵਸਤੂਆਂ ਨੂੰ ਸਵਾਰਨ ਦੀ ਜਾਂਚ
ਤਾਂ ਇਸ ਇਨਸਾਨ ਨੂੰ ਆ ਗਈ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਪੰਜਾਬ ਅੰਦਰ ਖੇਤੀ ਵਿੱਚ ਹਰਾ ਇਨਕਲਾਬ ਲਿਆਉਣਾ ਇਸ ਇਨਸਾਨ ਦੇ ਹਿੱਸੇ ਆਇਆ। ਕਪਾਹ ਨੂੰ ਸਵਾਰ ਕੇ, ਸੁੰਦਰ ਕੱਪੜੇ ਅਤੇ ਸੋਨੇ ਨੂੰ ਸਵਾਰ ਕੇ ਖੂਬਸੂਰਤ ਗਹਿਣੇ ਕੱਢਣਾ ਇਸ ਇਨਸਾਨ ਦੀ ਕਾਰੀਗਰੀ ਦੇ ਸਬੂਤ ਆਖੇ ਜਾ ਸਕਦੇ ਹਨ। ਗੁਰਮੁਖ ਪਿਆਰਿਓ, ਅਫਸੋਸ ਇਸ ਚੀਜ਼ ਦਾ ਹੈ ਕਿ ਇਹ ਇਨਸਾਨ ਸੰਸਾਰ ਦੀਆਂ ਵਸਤੂਆਂ ਨੂੰ ਸਵਾਰਨ ਵਿੱਚ ਐਸਾ ਰੁੱਝਿਆ ਕਿ ਆਪਣੇ ਆਪ ਨੂੰ ਸਵਾਰਨਾ ਹੀ ਭੁੱਲ ਗਿਆ। ਸ਼ੇਖ ਫਰੀਦ ਜੀ ਦੱਸਦੇ ਹਨ ਕਿ ਆਪਣੇ ਆਪ ਨੂੰ ਸਵਾਰਨ ਤੋਂ ਬਗੈਰ ਇਹ ਉਸ ਮਾਲਕ ਨਾਲ ਨਹੀਂ ਮਿਲ ਸਕਦਾ। ਕਿਉਂ ਨਹੀਂ ਮਿਲ ਸਕਦਾ? ਇਸ ਕਰਕੇ ਨਹੀਂ ਮਿਲ ਸਕਦਾ ਕਿ ਭਗਵਾਨ ਵਾਲਮੀਕ ਜੀ ਦੀ ਬਾਣੀ ਅਨੁਸਾਰ ਪਵਿੱਤਰ ਵਿੱਚ ਪਵਿੱਤਰ ਵਸਤੂ ਹੀ ਸਮਾਈ ਜਾ ਸਕਦੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਅੰਦਰ ਸਫੇਦ ਵਸਤਰ ਉੱਪਰ ਕੇਸਰ ਦੇ ਰੰਗ ਦੀ ਗੱਲ ਕੀਤੀ। ਭਗਵਾਨ ਵਾਲਮੀਕ ਜੀ ਦਇਆ ਕਰਨ, ਮਿਹਰ ਕਰਨ, ਆਪਾਂ ਆਪਣੀ ਜ਼ਿੰਦਗੀ ਨੂੰ ਢਾਲ ਕੇ ਆਪਣੇ ਜਨਮ ਨੂੰ ਸਫਲ ਕਰ ਸਕੀਏ। ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਨ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂਦੇਵ, ਧੰਨ ਗੁਰੂ।